ਉੱਘੇ ਸਮਾਜ ਸੇਵਕ ਬਲਵਿੰਦਰ ਸਿੰਘ ਮੱਲੀ ਨਾਲ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ। ਮੈਂ ਇੱਥੇ ਦੱਸ ਦੇਣਾ ਤੁਹਾਨੂੰ ਜੀ, ਲਾਕਡਾਊਨ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਮੱਲੀ ਸਾਹਿਬ। ਬਹੁਤ ਵੱਡੀ ਸੇਵਾ ਨਿਭਾਈ ਆ। ਮੱਲੀ ਸਾਹਿਬ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਜਾਣਦੇ ਹਾਂ ਵੀ ਕਿਸ ਤਰੀਕੇ ਨਾਲ ਸੇਵਾਵਾਂ ਦਿੱਤੀਆਂ ਗਈਆਂ। ਮੱਲੀ ਸਾਹਿਬ, ਕਿਸ ਤਰੀਕੇ ਨਾਲ ਸੇਵਾਵਾਂ ਦਿੱਤੀਆਂ ਗਈਆਂ ਜੀ? ਮੈਂ ਜੀ ਬਲਵਿੰਦਰ ਸਿੰਘ ਮੱਲੀ, ਵਾਰਡ ਨੰਬਰ 6 ਸਮਾਰਟਾਊਨ ਧਾਰੀਵਾਲ ਤੋਂ ਬੋਲ ਰਿਹਾ ਕਿ ਜਦੋਂ ਵੀ ਸਾਡੇ ਇੱਥੇ ਕਰੋਨਾ ਵਾਇਰਸ ਦਾ ਇੱਕਦਮ ਲਾਕਡਾਊਨ ਦਾ ਹੁਕਮ ਸਾਡੇ ਆਪਣੇ ਚੀਫ ਮਿਨਿਸਟਰ ਸਾਹਿਬ ਨੇ ਜਦੋਂ ਆਰਡਰ ਕੀਤਾ ਲਾਕਡਾਊਨ ਦਾ, ਤੇ ਸਾਡੇ ਇੱਥੇ ਬਹੁਤ ਗਰੀਬ ਜਨਤਾ ਜਿਹੜੀ ਰਹਿ ਰਹੀ ਹੈ ਤੇ ਸਾਰੀ ਗਰੀਬ ਜਨਤਾ ਜਿਹੜੀ ਸੀ ਉਹ ਸਾਡੇ ਨਾਲ ਮਿਲ ਕੇ ਚੱਲਦੀ ਸੀ। ਤੇ ਉਹਨਾਂ ਇੱਕਦਮ ਘਬਰਾ ਕੇ ਮੇਰੇ ਕੋਲ ਪਹੁੰਚ ਗਏ। ਉਹਨਾਂ ਨੇ ਕਿਹਾ ਕਿ ਸਾਡੇ ਤੇ ਬਹੁਤ ਮੁਸ਼ਕਲ ਹੋ ਜਾਣੀ ਹੈ ਵੀ ਅਸੀਂ ਜਿਹੜਾ ਆਪਣੀ ਦਿਹਾੜੀ ਦਾ ਦਿਹਾੜੀ ਲਾਉਂਦੇ ਆ, ਰੋਜ਼ ਦੇ ਰੋਜ਼ ਕਮਾ ਕੇ ਲਿਆਉਂਦੇ, ਰੋਜ਼ ਖਰਚਾ ਕਰਦੇ ਆ, ਤੇ ਸਾਡੇ ਤੇ ਬਹੁਤ ਮੁਸ਼ਕਲ ਹੋ ਜਾਏਗੀ। ਤੇ ਮੈਂ ਉਹਨਾਂ ਨੂੰ ਹੌਸਲਾ ਦਿੱਤਾ। ਮੈਂ ਕਿਹਾ ਬੜੀਆਂ ਹਨੇਰੀਆਂ ਆਉਂਦੀਆਂ ਨੇ, ਝੁੱਲਦੀਆਂ ਨੇ, ਬੜੇ ਹੜ੍ਹ ਆ ਜਾਂਦੇ ਨੇ, ਉਹ ਨਿਕਲ ਜਾਂਦੇ ਨੇ, ਤੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਨਾ ਵਾ ਕਿ ਸਾਡੇ ਮੁਹੱਲੇ ਦਾ ਕੋਈ ਵੀ ਬਜ਼ੁਰਗ, ਕੋਈ ਵੀ ਔਰਤ, ਕੋਈ ਵੀ ਬੱਚਾ ਬਿਮਾਰ ਨਹੀਂ ਹੋਣ ਦਿਆਂਗੇ। ਉਹਦੀਆਂ ਲੋੜ, ਹਰ ਕੋਈ ਜੋ ਵੀ ਉਹਨੂੰ ਲੋੜ ਹੋਏਗੀ ਉਹ ਅਸੀਂ ਟਾਈਮ ਟੂ ਟਾਈਮ ਪੂਰੀ ਕਰਾਂਗੇ। ਤੇ ਇਹ ਸਾਰੇ ਜਿਹੜਿਆਂ ਨੂੰ ਜਦੋਂ ਹੌਸਲਾ ਦਿੱਤਾ ਤੇ ਸਾਰੇ ਮੁਹੱਲਾ ਨਿਵਾਸੀ ਜਿਹੜੇ ਨਾ ਬੜੇ ਖੁਸ਼ ਹੋਏ ਕਿ ਚਲੋ ਸਾਡੇ ਨਾਲ ਖੜੇ ਆ। ਉਸ ਤੋਂ ਬਾਅਦ ਅਸੀਂ ਕੀਤਾ, ਜਦੋਂ ਮੁਹੱਲਾ ਨਿਵਾਸੀਆਂ ਦਾ ਵੇਖਿਆ ਕਿ 8-10 ਦਿਨ ਲਾਕਡਾਊਨ ਚੱਲਦਾ ਰਿਹਾ, ਤੇ ਆਪਾਂ ਇਹਨਾਂ ਨੇ ਇਮੀਡੀਏਟ ਸ਼ੁਰੂ ਕਰ ਦਿੱਤਾ। ਜਾ ਕੇ ਇਹਨਾਂ ਨੂੰ ਅਸੀਂ ਆਖਿਆ ਵੀ ਚਲੋ ਇਹਨਾਂ ਦੇ ਘਰ ਦੇ ਖਰਚੇ ਵਾਸਤੇ ਅਸੀਂ ਜਾ ਕੇ ਇਹਨਾਂ ਨੂੰ ਕਿੱਟਾਂ ਖਰੀਦੀਆਂ। 145 ਕਿੱਟਾਂ ਲਿਆ ਕੇ ਮੈਂ 145 ਬੰਦਿਆਂ ਨੂੰ ਡਿਸਟਰੀਬਿਊਟ ਕੀਤੀਆਂ ਵੀ ਇਹਨਾਂ ਦੇ ਘਰ ਦੇ ਗੁਜ਼ਾਰੇ ਚੱਲਣ। ਫਿਰ ਇਹਨਾਂ ਨੇ ਆਪਣੇ ਘਰ ਦੇ ਗੁਜ਼ਾਰੇ 10-15 ਦਿਨ ਚਲਾਏ। ਉਸ ਤੋਂ ਬਾਅਦ ਮੈਂ ਸੋਚਿਆ ਛੋਟੇ ਬੱਚੇ ਸੀ, ਲਾਕਡਾਊਨ ਲੱਗਾ ਹੋਇਆ, ਉਹਨਾਂ ਨੂੰ ਦੁੱਧ ਦੀ ਸੁਵਿਧਾ ਕਿਸੇ ਬੰਨ੍ਹੋਂ ਨਹੀਂ ਆ ਰਹੀ ਸੀ, ਬੱਚੇ ਬਹੁਤ ਘਬਰਾਏ ਹੋਏ ਸੀ। ਫਿਰ ਮੈਂ ਕੀਤਾ, ਜਾ ਕੇ ਦੁੱਧ ਦਾ ਪ੍ਰਬੰਧ ਕਰਵਾਇਆ। ਦੁੱਧ ਦਾ ਪ੍ਰਬੰਧ ਲਿਆ ਕੇ ਮੈਂ ਕੀਤਾ, ਪਹਿਲਾਂ ਉਸ ਤੋਂ 4 ਕੈਨ 40-40 ਲੀਟਰ ਦੇ ਆਪਣੇ ਖੁਦ ਖਰੀਦ ਕੇ ਲਿਆ ਕੇ ਬੱਚਿਆਂ ਨੂੰ ਘਰ ਮੈਂ ਬ੍ਰੈਡ, ਬਿਸਕਿਟ ਤੇ ਦੁੱਧ ਦਾ 1-1 ਲੀਟਰ ਘਰ ਸਪਲਾਈ ਕੀਤਾ। ਮੈਡੀਕਲ ਦੀ ਵੀ ਸੁਵਿਧਾ ਦਿੱਤੀ। ਹਾਂ, ਜਦੋਂ ਫਿਰ ਇਹਨਾਂ ਨੂੰ ਮੈਂ ਇਹ ਵੀ ਕਿਹਾ, ਮੈਡੀਕਲ ਸੁਵਿਧਾ ਵੀ ਮੈਂ ਫ੍ਰੀ ਮੈਡੀਸਨ ਲਿਆ ਕੇ ਨਾ ਇਹਨਾਂ ਨੂੰ ਪ੍ਰੋਵਾਈਡ ਕਰਦਾ ਰਿਹਾ। ਜੇ ਕੋਈ ਬੱਚਾ ਬਿਮਾਰ ਹੁੰਦਾ ਸੀ ਜਾਂ ਬਜ਼ੁਰਗ ਹੁੰਦਾ ਸੀ, ਉਹ ਮੇਰੇ ਕੋਲ ਫ੍ਰੀ ਦਵਾਈ ਲੈ ਕੇ ਜਾਂਦੇ ਸੀ, ਕਿਉਂਕਿ ਦਵਾਈ ਦੀ ਸੁਵਿਧਾ ਇਸ ਤਰ੍ਹਾਂ ਸੀਗੀ ਕਿ ਮੈਂ ਕਿਤੋਂ ਵੀ ਲਿਆ ਕੇ ਇਹਨਾਂ ਨੂੰ ਪਰਚੇਜ ਕਰਕੇ ਜੋ ਵੀ ਪ੍ਰਸਕ੍ਰਾਈਬ ਸਲਿੱਪ ਦਿੰਦੇ ਸੀ ਮੈਂ ਇਹਨਾਂ ਨੂੰ ਲਿਆ ਕੇ ਮੈਡੀਸਨ ਟਾਈਮ ਸਿਰ ਦੇ ਦਿੰਦਾ ਜੀ। ਇਸ ਕਰਕੇ ਉਹਦੇ ਸਾਡੇ ਮੌਜੂਦ ਜਿਹੜੇ ਮੁਹੱਲਾ ਨਿਵਾਸੀ ਆ, ਇੱਕ ਵਿਚਾਰੀ ਇੱਕ ਲੜਕੀ ਸੀ, ਉਹਨੂੰ ਕੋਈ ਟੈਨਸ਼ਨ ਨਹੀਂ, ਮਾਈਂਡਲੀ ਟੈਨਸ਼ਨ ਸੀ, ਪ੍ਰੋਬਲਮ, ਉਹਦੀ ਮੈਡੀਸਨ ਨਹੀਂ ਮਿਲਦੀ, ਤੇ ਮੈਂ ਉਹਨੂੰ ਅੰਮ੍ਰਿਤਸਰੋਂ ਵੀ ਲਿਆ ਕੇ ਖਰੀਦ ਦਿੱਤੀ, ਕਿਸੇ ਸੋਰਸਿਸ ਰਾਹੀਂ ਪਹੁੰਚ ਕੇ ਉਹਨੂੰ ਮੰਗਵਾਈ। ਤੇ ਮੈਂ ਮੈਡੀਸਨ ਜਿਹੜੇ ਡੀਲਰ ਸੀ ਉਹਨਾਂ ਦੇ ਰਾਹੀਂ ਮੰਗਾ ਕੇ ਉਹਦੇ ਮੈਂ ਘਰ ਦੇ ਕੇ ਆਇਆ। ਉਹ ਲੜਕੀ ਦਾ ਬਹੁਤ ਪੇਰੈਂਟਸ ਖੁਸ਼ ਹੋਏ ਵੀ ਚਲੋ 1 ਮਹੀਨੇ ਦੀ ਮੈਡੀਸਨ ਉਹਨੂੰ ਮੈਂ ਦੇ ਦਿੱਤੀ। ਬਿਲਕੁਲ ਸਹੀ ਕਿਹਾ। ਮੱਲੀ ਸਾਹਿਬ ਨੇ ਬੜੀਆਂ ਵੱਡੀਆਂ ਸੇਵਾਵਾਂ ਦਿੱਤੀਆਂ ਜੀ, ਕੋਈ ਛੋਟੀ ਗੱਲ ਨਹੀਂ ਹੁੰਦੀ। ਦੇਖੋ, ਇਹ ਜਿਹੜਾ ਔਖੀ ਘੜੀ ਆ, ਔਖੀ ਘੜੀ ਵਿੱਚ ਜਿਹੜੀਆਂ ਸੇਵਾਵਾਂ ਦੇਣੀਆਂ ਸਭ ਤੋਂ ਵੱਡੀ ਗੱਲ ਹੈ ਜੀ। ਬੜਾ ਵੱਡਾ ਕਰਮ ਇਹਨਾਂ ਨੇ ਕੀਤਾ ਵਾ। ਮੱਲੀ ਸਾਹਿਬ, ਸੂਬਾ ਸਰਕਾਰ ਵੱਲੋਂ ਵੀ ਕੋਈ ਮਦਦ ਕੀਤੀ ਗਈ? ਕਿਸੇ ਸਰਕਾਰ ਨੇ ਤੁਹਾਡੀ ਹੈਲਪ ਕੀਤੀ? ਦੇਖੋ ਜੀ, ਜਦੋਂ ਅਸੀਂ ਇਹਨਾਂ ਦੇ ਇੰਨੀ ਹੋਏ, ਸਾਡੇ ਨੂੰ ਕਿਸੇ ਵੀ ਸਰਕਾਰ ਨੇ ਆ ਕੇ ਪੁੱਛਿਆ ਨਹੀਂ ਕਿ ਸਾਡੇ ਕੋਲ ਜਾਂ ਕੋਈ ਇਹਨਾਂ ਨੂੰ ਕੀ ਗਰੀਬ ਵਿਚਾਰੇ ਤੜਫ ਰਹੇ ਨੇ। ਕਿਸੇ ਵੀ ਸਰਕਾਰ ਨੇ ਆ ਕੇ ਇਹਨਾਂ ਦੀ ਆੜ ਨਹੀਂ ਲਈ। ਉਸ ਦੇ ਵਿੱਚ ਸਾਨੂੰ ਇੱਦਾਂ ਤਰਸ ਆਇਆ ਕਿ ਮੈਂ ਇੱਥੋਂ ਦਾ ਨਿਵਾਸੀ ਸਾਂ, ਇਹਨਾਂ ਵਿੱਚ ਗੁਜ਼ਰਿਆ ਹੋਇਆ ਹਾਂ, ਕਿਉਂਕਿ ਮੈਂ 60-62 ਸਾਲ ਤੋਂ ਇਹਨਾਂ ਵਿੱਚ ਰਹਿ ਰਿਹਾ, ਕਿ ਸਾਨੂੰ ਹਰ ਇੱਕ ਦੂਸਰੇ ਨਾਲ ਪਤਾ ਸੀ ਵੀ ਕਿਹਨਾਂ ਦੀਆਂ ਘਰ ਦੀਆਂ ਹਾਲਤਾਂ ਕਿੰਨੀਆਂ ਕਿ ਕਮਜ਼ੋਰ ਨੇ, ਕੀ ਮਾੜੀਆਂ ਨੇ। ਕਿਉਂਕਿ ਮੇਰੇ ਤੇ ਪਰਮਾਤਮਾ ਦੀ ਕਿਰਪਾ ਇਹ ਹੋਈ ਸੀ ਕਿ ਮੇਰਾ ਬੇਟਾ ਉੱਥੋਂ ਪੈਟਰੋਲੀਅਮ ਇੰਜੀਨੀਅਰ ਅਮਰੀਕਾ ਵਿੱਚ ਆ, ਛੋਟਾ ਬੇਟਾ ਮੇਰਾ ਕੈਨੇਡਾ ਵਿੱਚ ਸੈਟਲ ਆ, ਤੇ ਮੈਂ ਇਹਨਾਂ ਦੀ ਸੇਵਾ ਵਾਸਤੇ ਆ ਗਿਆ। ਕਿਉਂਕਿ ਫਾਈਨੈਂਸ਼ੀਅਲ ਸਾਈਡ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਹੈਗੀ, ਤੇ ਮੈਂ ਆਪਣੇ ਕੋਲੋਂ ਵੀ ਜਿਹੜਾ ਕੋਈ 50-60 ਹਜ਼ਾਰ ਰੁਪਈਆ, ਲੱਖ ਤੱਕ ਇਹਨਾਂ ਦੇ ਖਰਚਾ ਕਰਨ ਨੂੰ ਤਿਆਰ ਸੀ, ਤੇ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ, ਤੇ ਮੈਂ ਕਿਸੇ ਵੀ ਸਰਕਾਰ ਦੀ ਕੋਈ ਵੀ ਮਦਦ ਨਹੀਂ ਲਈ। ਫੌਜ ਦੀ ਸੇਵਾ ਤੁਸੀਂ ਕੀਤੀ ਹੈ? ਮੈਂ 20 ਸਾਲ ਇੰਡੀਅਨ 에ਅਰ ਫੋਰਸ ਵਿੱਚ ਨੌਕਰੀ ਕਰਕੇ ਰਿਟਾਇਰਮੈਂਟ ਲੈ ਕੇ ਆਇਆ ਸੀ, ਤੇ ਸਾਨੂੰ ਜਿਹੜੀਆਂ ਬਾਹਰ ਮੁਸ਼ਕਲਾਂ, ਸਾਨੂੰ ਪਤਾ ਸੀ ਕਿ ਜਿਹੜੀਆਂ ਮੁਸ਼ਕਲਾਂ ਆ ਜਾਂਦੀਆਂ, ਮੁਸ਼ਕਲਾਂ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰੀਦੀ ਆ ਤੇ ਕਿਸ ਤਰ੍ਹਾਂ ਮੁਸ਼ਕਲਾਂ ਨੂੰ ਝੱਲੀਦਾ ਵਾ। ਇਸ ਕਰਕੇ ਸਾਡਾ 20 ਸਾਲ ਦਾ ਹਵਾਈ ਸੈਨਿਕ ਦਾ ਮੇਰਾ ਐਕਸਪੀਰੀਅੰਸ ਸੀ, ਉੱਥੇ 20 ਸਾਲ ਤੋਂ ਬਾਅਦ ਰਿਟਾਇਰਮੈਂਟ ਲੈ ਕੇ ਮੈਂ ਨਾਲ ਸੈੱਟ ਹੋਇਆ। ਕਿਉਂਕਿ ਇਸ ਕਰਕੇ ਸਾਰੇ ਸਾਡੇ ਜਿੰਨੀ ਇੱਥੇ ਲੇਬਰ ਕਲੋਨੀ ਸਾਰੇ ਜਿਹੜੇ ਹੈਗੇ ਸੀ, ਮੇਰੇ ਜਿੰਨੇ ਵੀ ਆਪਣੇ ਬਜ਼ੁਰਗ, ਔਰਤਾਂ, ਭੈਣ ਭਾਈ, ਸਾਰੇ ਇਹਨਾਂ ਨੂੰ ਅਸੀਂ ਰਲ ਮਿਲ ਕੇ ਰਹਿੰਦੇ ਸੀ। ਜੋ ਕਿ ਇਹਨਾਂ ਨੂੰ ਜਦੋਂ ਕਰੋਨਾ ਵਾਇਰਸ ਦੇ ਵਿੱਚ ਇਹਨਾਂ ਨੂੰ ਇਹੋ ਹੀ ਕਿਹਾ ਕਿ ਤੁਹਾਨੂੰ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਹੋਈ। ਜੇ ਵੀ ਤੁਹਾਨੂੰ ਕਿਸੇ ਵੀ ਰਾਤ ਨੂੰ ਵੀ ਜੇ ਕੋਈ ਜ਼ਰੂਰਤ ਪੈਂਦੀ ਹੈ, ਰਾਤ ਨੂੰ ਕਿਸੇ ਟਾਈਮ ਵੀ ਤੁਸੀਂ ਮੈਨੂੰ, ਮੇਰਾ ਫ਼ੋਨ ਨੰਬਰ ਤੁਹਾਡੇ ਕੋਲ ਆ, ਤੁਸੀਂ ਇਮੀਡੀਏਟ ਕਰੋਗੇ, ਅਤੇ ਮੈਂ ਤੁਹਾਨੂੰ ਇਮੀਡੀਏਟ ਉੱਠ ਕੇ ਤੁਹਾਡੀ ਹਰ ਮਦਦ ਕਰਨ ਨੂੰ ਤਿਆਰ ਹਾਂ। ਬਿਲਕੁਲ ਸਹੀ ਹੈ ਜੀ। ਮੱਲੀ ਸਾਹਿਬ ਨੇ ਕਿਹਾ ਜੀ, ਪਹਿਲਾਂ ਦੇਸ਼ ਦੀ ਸੇਵਾ ਕੀਤੀ, ਉਸ ਤੋਂ ਬਾਅਦ ਸਮਾਜ ਦੀ ਸੇਵਾ ਕਰ ਰਹੇ ਨੇ ਜੀ। ਦੇਖੋ ਜੀ, ਇਸ ਔਖੀ ਘੜੀ 'ਚ ਅਸੀਂ ਦੇਖਿਆ ਵੀ ਲੋਕੀ ਘਰਾਂ 'ਚੋਂ ਡਰਦੇ ਬਾਹਰ ਨਹੀਂ ਸੀ ਨਿਕਲਦੇ, ਪਰ ਮੱਲੀ ਸਾਹਿਬ ਨੇ ਬਹੁਤ ਵਧੀਆ ਬਾਖੂਬੀ ਸੇਵਾ ਨਿਭਾਈ ਹੈ ਜੀ। ਮੱਲੀ ਸਾਹਿਬ, ਐਜੂਕੇਸ਼ਨ ਦੀ ਗੱਲ ਕਰੀ ਤਾਂ ਮੈਨੂੰ ਸੁਣ 'ਚ ਆਇਆ ਵੀ ਤੁਸੀਂ ਬੱਚਿਆਂ ਨੂੰ ਵੀ ਕੋਈ ਐਜੂਕੇਸ਼ਨ ਦੇ ਰਹੇ ਹੋ। ਤੇ ਅਸੀਂ ਇੱਕ ਪਲਾਨ ਬਣਾਈ ਜੀ, ਆਪਣੇ ਜਿਹੜਾ ਮੇਰਾ ਘਰ ਦੀ ਰਿਹਾਇਸ਼ ਦੇ ਸਾਹਮਣੇ ਅਸੀਂ ਨਾ ਇੱਕ
ਤਿਆਰ ਕੀਤਾ ਐਜੂਕੇਸ਼ਨ ਦੇ ਵਾਸਤੇ ਕੰਪਲੈਕਸ ਤਿਆਰ ਕੀਤਾ ਕਿ ਜਿਹਦੇ ਵਿੱਚ ਅਸੀਂ ਛੋਟੇ ਛੋਟੇ ਬੱਚੇ ਜਿਹੜੇ ਨਾ 5-7 ਸਾਲ ਤੋਂ ਹੀ ਇਹਨਾਂ ਨੂੰ ਇੰਗਲਿਸ਼ ਸਪੀਕਿੰਗ ਸ਼ੁਰੂ ਕਰਵਾਈਏ, ਕਿਉਂਕਿ ਬੱਚਿਆਂ ਨੂੰ ਗਾਂ ਜਦੋਂ ਆਪਣੇ ਆਪਣੀ ਸਟੇਜ ਤੇ ਆਉਂਦੇ ਨੇ ਕਿ ਜਦੋਂ ਨੌਕਰੀਆਂ ਲੱਭਣ ਜਾਂਦੇ ਨੇ ਉਹਨਾਂ ਨੂੰ ਇੰਗਲਿਸ਼ ਬਾਰੇ ਬੜੀ ਮੁਸ਼ਕਲ ਹੁੰਦੀ ਆ, ਕਿਉਂਕਿ ਜਿਹੜੇ ਇੰਗਲਿਸ਼ ਜਾਣਦੇ ਨੇ ਉਹ ਚੰਗੀਆਂ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਲੈਂਦੇ ਨੇ, ਤੇ ਕਿਉਂਕਿ ਜਿਨ੍ਹਾਂ ਦਾ ਐਕਸਪੀਰੀਅੰਸ ਘੱਟ ਹੁੰਦਾ ਹੈ ਉਹ ਵਿਚਾਰੇ ਇਹਨਾਂ ਤੋਂ ਮਾਰ ਖਾ ਜਾਂਦੇ ਨੇ। ਤੇ ਮੈਂ ਉਹਨਾਂ ਨੂੰ ਸੋਚਿਆ ਕਿ ਮੈਂ ਹਰ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੇਵਾਂ, ਕਿ ਕਿਉਂਕਿ ਮੈਂ ਜਦੋਂ ਪਰਮਾਤਮਾ ਨੇ ਜੇ ਮੈਨੂੰ ਇਹ ਦਿੱਤਾ ਵਾ, ਕਿਉਂਕਿ ਮੇਰੀ ਜੋ ਇੰਗਲਿਸ਼ ਸਪੀਕਿੰਗ ਪਾਵਰ ਜਿਹੜੀ ਹੈਗੀ ਆ, ਕਿਉਂਕਿ 에ਅਰ ਫੋਰਸ ਦੀ ਨੌਕਰੀ ਕੀਤੀ ਉੱਥੇ ਇੰਗਲਿਸ਼ ਹੀ ਚੱਲਦੀ ਆ, ਇਸ ਕਰਕੇ ਇੰਗਲਿਸ਼ ਦਾ ਐਕਸਪੀਰੀਅੰਸ ਹੁੰਦਿਆਂ ਹੋਇਆ ਮੈਂ ਚਾਹੁੰਦਾ ਕਿ ਮੈਂ ਆਪਣੀ ਜਿਹੜੀ ਮੇਰੇ ਕੋਲ ਹੈਗੀ ਆ ਮੈਂ ਅੱਗੇ ਦੂਜੇ ਬੱਚਿਆਂ ਨੂੰ ਵੀ ਸ਼ੇਅਰ ਕਰਾਂ, ਤੇ ਬੱਚੇ ਚੰਗੀ ਤਰ੍ਹਾਂ ਇੰਗਲਿਸ਼ ਸਿੱਖਣ, ਅੱਗੇ ਜਾ ਕੇ ਵੱਡੀਆਂ ਵੱਡੀਆਂ ਪਦਵੀਆਂ 'ਤੇ ਪਹੁੰਚਣ, ਤੇ ਕਿਉਂਕਿ ਸਾਡੇ ਜਿਹੜੇ ਮਹੱਲੇ ਦਾ, ਸਾਡੇ ਹਲਕੇ ਦਾ, ਸਾਡੇ ਧਾਰੀਵਾਲ ਦਾ ਚੰਗਾ ਵਿਕਾਸ ਹੋ ਸਕੇ, ਤੇ ਲੋਕੀ ਕਹਿਣ ਕਿ ਮਾਲਟਾਊਨ ਜਿਹੜਾ ਰੀਅਲੀ ਇੱਕ ਟਾਊਨ ਆ, ਤੇ ਇਹਦੀ ਜਿਹੜੇ ਨਾ ਬਿਲਕੁਲ ਸਹੀ ਹੈ ਮੱਲੀ ਸਾਹਿਬ ਅਖੀਰ ਤੇ ਕੀ ਮੈਸੇਜ ਦਿਓਗੇ ਧਾਰੀਵਾਲ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਸਾਰੇ ਧਾਰੀਵਾਲ ਨੂੰ ਇਹੀ ਗੱਲ ਕਹਿਣਾ ਕਿ ਸਾਡਾ ਜਿਹੜਾ ਧਾਰੀਵਾਲ ਹੈ ਇੱਥੇ ਅਸੀਂ ਇੱਕ ਆਪਣਾ ਸਾਂਝ ਕੇਂਦਰ ਬਣਾਇਆ ਜਿਸ ਦੇ ਅਸੀਂ 8 ਮੈਂਬਰ ਬਣੇ ਹੋਏ ਹਾਂ। ਅਸੀਂ ਸਾਰਿਆਂ ਨੂੰ ਇਹ ਸਲਾਹ ਦਿੰਦੇ ਹਾਂ ਕਿ ਸਾਡਾ ਸ਼ਹਿਰ ਇੱਕ ਇਸ ਤਰ੍ਹਾਂ ਦਾ ਸਾਫ ਸੁਥਰਾ ਸ਼ਹਿਰ ਬਣਾਈਏ ਕਿ ਜਿਹੜਾ ਇੱਕ ਮਾਡਲ ਬਣੇ। ਲੋਕੀ ਆਖਣ ਵੀ ਧਾਰੀਵਾਲ ਸੀ, ਜਿਹੜਾ ਕਿ ਧਾਰੀਵਾਲ ਪਹਿਲਾਂ ਗਰਮ ਕੱਪੜੇ ਦੀ ਮਿਲ ਨਾਲ ਫੇਮਸ ਸੀ, ਸਿੱਧ ਸੀ, ਕਿ ਇਹ ਮਿਲ ਸਿੱਖ ਹੋਣ ਕਰਕੇ ਇਸ ਦਾ ਥੋੜ੍ਹਾ ਹੋਇਆ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਇਹ ਸਾਡੀ ਮਿਲ ਵੀ ਧਾਰੀਵਾਲ ਦੀ ਚਾਲੂ ਕੀਤੀ ਜਾਵੇ, ਤੇ ਲੋਕੀ ਜਿਹੜੇ ਆਰਾਮ ਨਾਲ ਜਿਹੜੀ ਇਹ ਧਾਰੀਵਾਲ ਦਾ ਨਾਂ ਦੁਬਾਰਾ ਫੇਰ ਰੋਸ਼ਨ ਹੋਵੇ, ਤੇ ਅਸੀਂ ਵੀ ਕੋਸ਼ਿਸ਼ ਕਰਨੇ ਵੀ ਧਾਰੀਵਾਲ ਨੂੰ ਨੀਟ ਐਂਡ ਕਲੀਨ ਵਧੀਆ ਇੱਕ ਸਿਟੀ ਬਣਾਈਏ, ਕਿਉਂਕਿ ਇਹਦਾ ਜਿਹੜਾ ਪਹਿਲਾਂ ਹਰ ਇੱਕ ਇਹਦਾ ਬਹੁਤ ਆਪਣੇ ਸਾਰੇ ਭਾਰਤ ਵਿੱਚ ਬਹੁਤ ਵੱਡਾ ਨਾਂ ਸੀ, ਇਹਨੂੰ ਸਾਰੇ ਸੰਸਾਰ ਵਿੱਚ ਧਾਰੀਵਾਲ ਨੂੰ ਜਾਣਿਆ ਜਾਂਦਾ ਸੀ ਕਿਉਂਕਿ ਗਰਮ ਕੱਪੜੇ ਦੀ ਮਿਲ ਕਰਕੇ। ਜਿਸ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਹਰ ਇੱਕ ਬੰਦੇ ਨੂੰ ਕਿ ਇੱਕ ਮਿਲ ਜੁਲ ਕੇ ਕੰਮ ਕਰੀਏ, ਇੱਥੇ ਇਹੋ ਜਿਹੀ ਆਪਣੀ ਮਿਲ ਜੁਲ ਕੇ ਕੰਮ ਕਰੀਏ ਕਿ ਜਿਸ ਤਰ੍ਹਾਂ ਹੀ ਸਾਡੀ ਜਿੱਦਾਂ ਮਿਊਨਿਸਪਲ ਕਾਰਪੋਰੇਸ਼ਨ ਹੈ, ਨਗਰ ਪਾਲਿਕਾ ਹੈ, ਨਗਰ ਪਾਲਿਕੇ ਦੇ ਵੀ ਅਸੀਂ ਇਹ ਚਾਹੁੰਦੇ ਹਾਂ ਗਾਂ ਤੋਂ ਜਿਹੜੀ ਮਿਊਨਿਸਪਲ ਇਲੈਕਸ਼ਨ ਹੁੰਦੀ ਆ ਇਹਨਾਂ ਦੇ 13 ਦੇ 13 ਉਮੀਦਵਾਰ ਪੜ੍ਹੇ ਲਿਖੇ ਹੋਣ। ਜਿਹੜੇ ਪੜ੍ਹੇ ਲਿਖੇ ਉਮੀਦਵਾਰ ਹੀ ਦੂਜੇ ਨੂੰ ਪੜ੍ਹ ਕੇ ਦੱਸ ਸਕਦੇ ਨੇ ਕਿ ਕੀ ਆ ਇਹਦੇ ਵਿੱਚ, ਕਿਉਂਕਿ ਅੱਜ ਕੱਲ੍ਹ ਐਜੂਕੇਸ਼ਨ ਬਹੁਤ ਜ਼ਰੂਰੀ ਆ। ਤੇ ਮੈਂ ਹਲਕਾ MLA ਨੂੰ ਤੇ ਇਹਨਾਂ ਨੂੰ ਆਪਣੇ DC ਸਾਹਿਬ ਨੂੰ ਤੇ ਆਪਣੇ ਜਿਹੜੇ SDM ਸਾਹਿਬ ਨੂੰ ਇਹੀ ਹਦਾਇਤ ਕਰਦਾ ਕਿ ਜਦੋਂ ਵੀ ਇਲੈਕਸ਼ਨ ਹੋਵੇ ਚੰਗੇ ਪੜ੍ਹੇ ਲਿਖੇ ਹੋਣ, ਚੰਗੇ ਵਿਚਾਰ ਦੇ ਹੋਣ, ਤੇ ਜਿਹੜੇ ਲੋਕਾਂ ਨੂੰ ਚੰਗੀ ਸੇਧ ਦੇ ਸਕਣ। ਤੇ ਇਹੀ ਮੇਰੀ ਜਿਹੜੀ ਲਾਸਟ ਜਿਹੜੀ ਲੋਕਾਂ ਨੂੰ ਮੇਰੀ ਇਹੋ ਹੀ ਬੇਨਤੀ ਆ ਕਿ ਮੇਰੀ ਜੇ ਛੋਟੀ ਜਿਹੀ ਬੇਨਤੀ ਸਵੀਕਾਰ ਕਰਨ, ਜਿਹੜੇ ਕਿ ਆਪਣੇ DC ਸਾਹਿਬ, ਆਪਣੇ MLA ਸਾਹਿਬ ਤੇ ਆਪਣੇ SDM ਸਾਹਿਬ। ਇਹੋ ਮੇਰੀ ਬੇਨਤੀ ਹੈ ਵੀ ਗਾਂ ਜਿਹੜਾ ਵਿਕਾਸ ਧਾਰੀਵਾਲ ਦਾ ਹੋਏਗਾ ਇਹ ਚੰਗੇ ਲੋਕ ਆਉਣ, ਚੰਗੀ ਐਜੂਕੇਸ਼ਨ ਦੇਣ, ਚੰਗੀ ਗਾਈਡ ਕਰਨ ਲੋਕਾਂ ਨੂੰ। ਤੇ ਕਿਉਂਕਿ ਇਹਦੇ ਵਿੱਚ ਜਿਹੜਾ ਨਾ ਚੰਗੀ ਗਾਈਡ ਹੀ ਕਰਨ ਵਾਲੇ ਜਿਹੜੇ ਹੀ ਤਾਂ ਹੀ ਤਰੱਕੀ ਕਰ ਸਕਦੇ। ਜੇ ਉਹ ਘਰ ਦੇ ਵਿੱਚ ਚੰਗਾ ਮੈਂਬਰ ਕੋ ਪੜ੍ਹ ਲਿਖ ਜਾਂਦਾ ਸਾਰੇ ਪਰਿਵਾਰ ਨੂੰ ਚੁੱਕ ਕੇ ਉੱਪਰ ਲੈ ਜਾਂਦਾ। ਇਸ ਤਰ੍ਹਾਂ ਹੀ ਸਾਡਾ ਧਾਰੀਵਾਲ ਸ਼ਹਿਰ ਇੱਕ ਪਰਿਵਾਰ ਆ। ਇਸ ਧਾਰੀਵਾਲ ਸ਼ਹਿਰ ਦੀ ਤਰੱਕੀ ਕਰਨ ਵਾਸਤੇ ਸਾਨੂੰ ਇੱਥੇ ਐਜੂਕੇਟਡ ਬੰਦੇ ਲਿਆਉਣੇ ਚਾਹੀਦੇ ਆ, ਕੋਈ ਇਸ ਤਰ੍ਹਾਂ ਦੇ ਲਿਆਉਣੇ ਚਾਹੀਦੇ, ਕਿਉਂਕਿ ਇੱਥੋਂ ਨਸ਼ਾਖੋਰੀ ਬੰਦ ਕਰੀਏ। ਪਹਿਲੀ ਕਿਹੜੀ ਨਸ਼ਾਖੋਰੀ ਆ, ਕਿਉਂਕਿ ਬੰਦਾ ਜਦੋਂ ਨਸ਼ਾਖੋਰੀ ਕਰਦਾ ਉਹ ਘਰ ਦੇ ਬਰਤਨ ਭਾਂਡੇ ਵੀ ਵੇਚਣ ਤੇ ਤਿਆਰ ਹੋ ਜਾਂਦਾ। ਕਿਉਂਕਿ ਜਦੋਂ ਭਾਂਡੇ ਬਰਤਨ ਨੂੰ ਤਿਆਰ ਹੋ ਜਾਂਦਾ ਤੇ ਘਰਾਂ ਦੇ ਜਿਹੜੀਆਂ ਮਾਵਾਂ, ਭੈਣਾਂ, ਧੀਆਂ ਜਿਹੜੀਆਂ ਬੜੀਆਂ ਦੁਖੀ ਹੋ ਜਾਂਦੀਆਂ ਨੇ, ਮੁਸ਼ਕਲ ਹੋ ਜਾਂਦੀ, ਉਹਦਾ ਘਰ ਦੇ ਗੁਜ਼ਾਰੇ ਬੜੀ ਮੁਸ਼ਕਲ ਚੱਲਦੇ ਨੇ। ਉਹਨਾਂ ਗੁਜ਼ਾਰਿਆਂ ਨੂੰ ਚਲਾਉਣ ਵਾਸਤੇ ਅਸੀਂ ਲੋਕਾਂ ਨੂੰ ਇਹ ਹਦਾਇਤ ਕਰਨੇ ਆ ਕਿ ਸਭ ਤੋਂ ਵਜੇ ਪਹਿਲਾਂ ਕੋਈ ਵੀ ਬੱਚਾ ਕੋਈ ਵੀ ਆਪਣਾ ਨਸ਼ਾ ਕਰਦਾ ਹੈ ਤੇ ਸਭ ਤੋਂ ਪਹਿਲਾਂ ਉਹਦੀ ਮਾਤਾ ਨੂੰ ਪਤਾ ਹੁੰਦਾ ਹੈ ਕਿ ਮੇਰਾ ਬੱਚਾ ਜਿਹੜਾ ਹੈ ਵਿਗੜਿਆ। ਉਹਨੂੰ ਅਸੀਂ ਕਹਿੰਦੇ ਹਾਂ ਕਿ ਮਾਤਾ ਨੂੰ ਸਾਨੂੰ ਆਣ ਕੇ ਦੱਸੇ ਕਿ ਅਸੀਂ ਸਾਂਝ ਕੇਂਦਰ ਦੇ ਮੈਂਬਰ ਹਾਂ, ਅਸੀਂ ਉਹਨੂੰ ਮੈਡੀਸਨ ਦਿਲਾ ਕੇ ਚਾਹੇ ਉਹਦਾ ਟ੍ਰੀਟਮੈਂਟ ਕਰਾ ਕੇ ਉਹਦਾ ਨਸ਼ਾ ਜਿਹੜਾ ਉਹਨੂੰ ਛਡਾ ਦਈਏ, ਤੇ ਜਿਹੜਾ ਸਾਡਾ ਸ਼ਹਿਰ ਤਰੱਕੀ ਵੱਲ ਜਾਵੇ। ਇਹ ਸ਼ਹਿਰ ਦੇ ਬੜੀ ਵੱਡੀ ਸੋਚ ਹੈ ਜੀ, ਸੱਚੀ ਸੁੱਚੀ ਸੋਚ ਰੱਖਦੇ ਨੇ ਜੀ ਮੱਲੀ ਸਾਹਿਬ। ਵਾਕਈ ਉਮੀਦ ਕਰਾਂਗੇ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਲੋਕ ਇੱਦਾਂ ਅੱਗੇ ਆਉਣ ਔਰ ਸਮਾਜ ਦੀ ਸੇਵਾ ਕਰਨ।